ਡੀਅਰ ਸਟੂਡੈਂਟਸ, ਬੇਸਿਕ ਆਫ ਮੈਨੇਜਮੈਂਟ ਜੋ ਕਿ 6 ਸਮੈਸਟਰ ਦਾ ਕਾਮਨ ਸਬਜੈਕਟ ਹੈ, ਉਸ ਦਾ ਜੋ ਚੈਪਟਰ ਆਪਾਂ ਡਿਸਕਸ ਕਰ ਰਹੇ ਹਾਂ, ਮੈਨੇਜਮੈਂਟ ਸਕੋਪ ਐਂਡ ਡਿਫਰੈਂਟ ਏਰੀਆਜ਼, ਇਸ ਦੇ ਆਪਾਂ ਦੋ ਏਰੀਆ ਹਿਊਮਨ ਰਿਸੋਰਸ ਮੈਨੇਜਮੈਂਟ ਆਪਣੇ ਮਟੀਰੀਅਲ ਐਂਡ ਸਟੋਰਸ ਮੈਨੇਜਮੈਂਟ, ਇਹ ਆਪਾਂ ਡਿਸਕਸ ਕਰ ਚੁੱਕੇ ਹਾਂ। ਅੱਜ ਆਪਾਂ ਇਸ ਤੋਂ ਅਗਲਾ ਜੋ ਏਰੀਆ ਹੈ ਮਾਰਕੀਟਿੰਗ ਐਂਡ ਸੇਲਸ, ਉਹ ਡਿਸਕਸ ਕਰਾਂਗੇ। ਮਾਰਕੀਟਿੰਗ ਐਂਡ ਸੇਲਸ ਨੂੰ ਵੀ ਆਪਾਂ 4 ਹਿੱਸਿਆਂ 'ਚ ਵੰਡ ਕੇ ਡਿਸਕਸ ਕਰਾਂਗੇ। ਪਹਿਲਾ ਹੋਏਗਾ ਇੰਟਰੋਡਕਸ਼ਨ, ਇੰਪੋਰਟੈਂਸ ਐਂਡ ਇਟਸ ਫੰਕਸ਼ਨ। ਫਿਰ ਡਿਫਰੈਂਸ ਬਿਟਵੀਨ ਮਾਰਕੀਟਿੰਗ ਐਂਡ ਸੈਲਿੰਗ। ਉਸ ਤੋਂ ਬਾਅਦ ਐਡਵਰਟਾਈਜ਼ਮੈਂਟ, ਪ੍ਰਿੰਟ ਮੀਡੀਆ ਐਂਡ ਇਲੈਕਟ੍ਰੋਨਿਕ ਮੀਡੀਆ ਵਿੱਚ ਐਡਵਰਟਾਈਜ਼ਮੈਂਟ, ਦੈਨ ਮਾਰਕੀਟ ਸਰਵੇ ਐਂਡ ਸੇਲ ਪ੍ਰਮੋਸ਼ਨ। ਆਪਾਂ ਗੱਲ ਕਰਾਂਗੇ ਕਿ ਮਾਰਕੀਟਿੰਗ ਕੀ ਹੈ। ਇੰਟਰੋਡਕਸ਼ਨ ਟੂ ਮਾਰਕੀਟਿੰਗ, ਇਟ ਇਜ਼ ਅ ਮੈਨੇਜਮੈਂਟ ਪ੍ਰੋਸੈਸ ਬਾਈ ਵਿਚ ਗੁੱਡਸ ਐਂਡ ਸਰਵਿਸ ਮੂਵ ਫਰੋਮ ਕੰਸੈਪਟ ਟੂ ਕਸਟਮਰ। ਇੱਕ ਕੰਸੈਪਟ ਲਿਆ ਕਿ ਇਸ ਤਰ੍ਹਾਂ ਦੀ ਚੀਜ਼ ਬਣਾਉਣੀ ਹੈ, ਇਸ ਤਰ੍ਹਾਂ ਦੀ ਸਰਵਿਸ ਦੇਣੀ ਹੈ, ਉਸ ਕੰਸੈਪਟ ਤੋਂ ਕਸਟਮਰ ਤੱਕ ਪਹੁੰਚਣ ਨੂੰ ਜੋ ਜੋ ਮੈਨੇਜਮੈਂਟ ਕੀਤੀ ਜਾਂਦੀ ਹੈ, ਉਹ ਮਾਰਕੀਟਿੰਗ ਹੈ। ਇਹ 4 P's 4 P's ਦਾ ਇੱਕ ਕੋਆਰਡੀਨੇਸ਼ਨ ਹੈ, ਕੋਆਰਡੀਨੇਸ਼ਨ ਆਫ 4 ਐਲੀਮੈਂਟ, ਦੈਟ ਇਜ਼ 4 P's। ਇਹ 4 P ਕਿਹੜੇ ਕਿਹੜੇ ਹੈ? ਪ੍ਰੋਡਕਟ ਦੀ ਆਈਡੈਂਟੀਫਾਈ ਕਰਨਾ, ਪ੍ਰੋਡਕਟ ਨੂੰ ਸਿਲੈਕਸ਼ਨ ਕਰਨਾ, ਡਿਵੈਲਪਮੈਂਟ ਕਰਨਾ, ਕਿਹੜੀ ਪ੍ਰੋਡਕਟ ਬਣਾਉਣੀ ਹੈ, ਕਿਸ ਤਰ੍ਹਾਂ ਦੀ ਚਾਹੀਦੀ ਹੈ। ਫਿਰ ਉਸ ਦਾ ਪ੍ਰਾਈਸ ਡਿਟਰਮਿਨ ਕਰਨਾ। ਫਿਰ ਪਲੇਸ, ਵੀ ਕਿੱਥੇ ਇਹ ਚੀਜ਼ ਭੇਜਣੀ ਹੈ ਅਤੇ ਕਿਵੇਂ ਭੇਜਣੀ ਹੈ। ਫਿਰ ਇਸ ਦੀ ਪ੍ਰਮੋਸ਼ਨ ਕਰਨੀ, ਇੰਪਲੀਮੈਂਟੇਸ਼ਨ ਬਾਈ ਸਟ੍ਰੈਟਜੀ, ਕਿ ਇਸ ਨੂੰ ਜਿਹੜੀ ਚੀਜ਼ ਅਸੀਂ ਬਣਾਈ ਹੈ, ਜਿਸ ਦਾ ਇੱਕ ਰੇਟ ਵੀ ਰੱਖ ਲਿਆ, ਉਸ ਨੂੰ ਇੱਕ ਜਗ੍ਹਾ 'ਤੇ ਭੇਜ ਵੀ ਦਿੱਤਾ ਹੈ, ਅਤੇ ਉਸ ਨੂੰ ਪ੍ਰਮੋਟ ਵੀ ਕਰਨਾ ਹੈ ਕਿ ਇਹ ਲੋਕਾਂ ਦੀ ਇੱਕ ਨੀਡ ਬਣੇ, ਲੋਕਾਂ ਨੂੰ ਪਸੰਦ ਆਏ ਅਤੇ ਲੋਕ ਇਸ ਨੂੰ ਖਰੀਦਣ। ਮਾਰਕੀਟਿੰਗ ਦੀਆਂ 4 ਤਰ੍ਹਾਂ ਦੀ ਡੈਫੀਨੇਸ਼ਨਸ ਵੱਖ-ਵੱਖ ਐਸੋਸੀਏਸ਼ਨ ਜਾਂ ਸਾਇੰਟਿਸਟ ਵੱਲੋਂ ਦਿੱਤੀਆਂ ਗਈਆਂ। ਇੱਕ ਜਿਹੜੀ ਡੈਫੀਨੇਸ਼ਨ ਹੈ ਅਮਰੀਕਨ ਮਾਰਕੀਟਿੰਗ ਐਸੋਸੀਏਸ਼ਨ ਵੱਲੋਂ, AMA ਵੱਲੋਂ ਦਿੱਤੀ ਗਈ ਹੈ ਕਿ ਮਾਰਕੀਟਿੰਗ ਇਟ ਇਜ਼ ਐਨ ਐਕਟੀਵਿਟੀ ਐਂਡ ਸੈਟ ਆਫ ਇੰਸਟਰਕਸ਼ਨਸ ਐਂਡ ਪ੍ਰੋਸੈਸਿਸ ਫॉर creating, communicating, delivering and exchanging offering that have value for customers, clients, partners and society at large। ਤਾਂ ਮਾਰਕੀਟਿੰਗ ਹੈ ਇੱਕ ਐਕਟੀਵਿਟੀ ਹੈ, ਸੈੱਟ ਹੈ ਇੰਸਟਰਕਸ਼ਨ ਦਾ, ਪ੍ਰੋਸੈਸਿਸ ਦਾ, ਜਿਸ ਦੇ ਨਾਲ ਕਿ ਕੋਈ ਚੀਜ਼ ਆਪਾਂ ਆਫਰ ਕਰਨੀ ਹੈ, ਉਹਨੂੰ ਐਕਸਚੇਂਜ ਕਰਨਾ ਹੈਗਾ, ਜਿਹਦੀ ਵੈਲਿਊ ਹੈ ਕਸਟਮਰ ਦੇ ਲਈ, ਕਲਾਇੰਟ ਦੇ ਲਈ, ਜਿਹੜੇ ਬਣਾਉਣ ਵਾਲੇ ਪਾਰਟਨਰ ਦੇ ਲਈ, ਅਤੇ ਜ਼ਿਆਦਾ ਤੋਂ ਜ਼ਿਆਦਾ ਸੋਸਾਇਟੀ ਲਈ ਇਹ ਜਿਹੜੀ ਹੈ ਲਾਹੇਵੰਦ ਹੈ। ਕੋਟਲਰ ਐਂਡ ਆਰਮਸਟਰੋਂਗ ਵੱਲੋਂ ਜੋ ਡੈਫੀਨੇਸ਼ਨ ਦਿੱਤੀ ਜਾ ਰਹੀ ਹੈ ਮਾਰਕੀਟਿੰਗ ਦੀ, ਸੋਸ਼ਲ ਪ੍ਰੋਸੈਸ ਬਾਈ ਵਿਚ ਇੰਡੀਵਿਜੂਅਲਸ ਐਂਡ ਆਰਗੇਨਾਈਜੇਸ਼ਨਸ obtained what they need and want through creating and exchanging values with others। ਇਹ ਇੱਕ ਤਰ੍ਹਾਂ ਦੀ ਕਹਿੰਦੇ ਸੋਸ਼ਲ ਪ੍ਰੋਸੈਸ ਹੈ, ਜਿਸ ਦੇ ਨਾਲ ਇੱਕ ਇੰਡੀਵਿਜੂਅਲ ਜਾਂ ਆਰਗੇਨਾਈਜੇਸ਼ਨ ਹੈ, ਉਹ ਜੋ ਚਾਹੁੰਦੀ ਉਸ ਨੂੰ ਮਿਲਦਾ ਅਤੇ ਉਹ ਚੀਜ਼ ਕ੍ਰੀਏਟ ਕੀਤੀ ਜਾਂਦੀ ਹੈ ਜਾਂ ਵੈਲਿਊ ਐਕਸਚੇਂਜ ਕੀਤੀ ਜਾਂਦੀ ਹੈ ਬਾਕੀਆਂ ਦੇ ਨਾਲ। ਇਹ ਮਾਰਕੀਟਿੰਗ ਦੀ ਡੈਫੀਨੇਸ਼ਨ ਇਹ ਜਿਹੜੇ ਹੈ ਕੋਲਟਰ ਐਂਡ ਆਰਮਸਟਰੋਂਗ ਉਹਨਾਂ ਵੱਲੋਂ ਦਿੱਤੀ ਗਈ ਹੈ। ਚਾਰਟਰਡ ਇੰਸਟੀਚਿਊਟ ਆਫ ਮਾਰਕੀਟਿੰਗ ਵੱਲੋਂ, CIM ਵੱਲੋਂ ਜੋ ਡੈਫੀਨੇਸ਼ਨ ਦਿੱਤੀ ਗਈ ਹੈ, ਪ੍ਰੋਸੈਸ ਫॉर ਆਈਡੈਂਟੀਫਾਈਂਗ, ਐਂਟੀਸਪੇਟਿੰਗ ਐਂਡ ਸੈਟਿਸਫਾਈਂਗ ਕਸਟਮਰ ਰਿਕੁਆਇਰਮੈਂਟ ਪ੍ਰੋਫਿਟੇਬਲੀ। ਜੇ ਆਪਾਂ ਦੇਖਣਾ ਹੈਗਾ ਕਸਟਮਰ ਦੀ ਰਿਕੁਆਇਰਮੈਂਟ ਹੀ ਜ਼ਿਆਦਾਤਰ ਉੱਧਰ ਨੂੰ ਇਹ ਬੇਸਡ ਹੈ ਮਾਰਕੀਟਿੰਗ ਹੈ, ਕਿ ਕਸਟਮਰ ਦੀ ਕੀ ਰਿਕੁਆਇਰਮੈਂਟ ਹੈ, ਉਸ ਨੂੰ ਆਈਡੈਂਟੀਫਾਈ ਕਰਨਾ, ਉਸ ਨੂੰ ਐਂਟੀਸਪੇਟ ਕਰਨਾ ਅਤੇ ਉਸ ਨੂੰ ਸੈਟਿਸਫਾਈ ਕਰਨਾ, ਅਤੇ ਨਾਲ ਆਪਣਾ ਪ੍ਰੋਫਿਟ ਵੀ ਕਮਾਉਣਾ, ਇਹ ਮਾਰਕੀਟਿੰਗ ਹੈ। ਡਾਕਟਰ ਫਿਲਿਪ ਕੋਟਲਰ ਵੱਲੋਂ ਜੋ ਡੈਫੀਨੇਸ਼ਨ ਦਿੱਤੀ ਗਈ ਹੈ ਕਿ ਮਾਰਕੀਟਿੰਗ ਇਜ਼ ਸਾਇੰਸ ਐਂਡ ਆਰਟ ਆਫ ਐਕਸਪਲੋਰਿੰਗ, ਕ੍ਰੀਏਟਿੰਗ ਐਂਡ ਡਿਲੀਵਰਿੰਗ ਵੈਲਿਊ ਟੂ ਸੈਟਿਸਫਾਈ ਦ ਨੀਡਸ ਆਫ ਏ ਟਾਰਗੇਟ ਮਾਰਕੀਟ ਐਟ ਏ ਪ੍ਰੋਫਿਟ, identifies unfilled needs and desires and defines the size of identified market and profit potential, pinpoint the segments and design and promote appropriate products and services। ਮਤਲਬ ਜੋ ਕਸਟਮਰ ਨੂੰ ਚਾਹੀਦਾ ਹੈ, ਕਿੱਥੇ ਨਹੀਂ ਹੈਗਾ ਕਸਟਮਰ ਪਰ ਚਾਹੁੰਦਾ ਹੈ, ਇਹੋ ਜਿਹੀ ਮਾਰਕੀਟ ਨੂੰ ਆਈਡੈਂਟੀਫਾਈ ਕਰਨਾ ਅਤੇ ਉੱਥੇ ਪ੍ਰੋਫਿਟ ਪੋਟੈਂਸ਼ੀਅਲ ਦੇਖਣਾ। ਉਸ ਤੋਂ ਬਾਅਦ ਉਹਨਾਂ ਸੈਗਮੈਂਟਸ ਨੂੰ ਪਿਨ ਪੁਆਇੰਟ ਕਰਨਾ ਕਿ ਜਿੱਥੇ ਇਹ ਚੀਜ਼ ਜਾ ਸਕਦੀ ਹੈ, ਅਤੇ ਉੱਥੇ ਕਸਟਮਰ ਨੂੰ ਡਿਲੀਵਰ ਕਰਨਾ, ਉਸ ਨੂੰ ਕ੍ਰੀਏਟ ਕਰਨਾ। ਇਹ ਸਾਰਾ ਕੁਛ ਹੈ ਮਾਰਕੀਟਿੰਗ ਦੇ ਅੰਡਰ ਹੈ, ਅਤੇ ਪ੍ਰੋਫਿਟ ਵੀ ਨਾਲ ਆਪਣਾ ਕਮਾਉਣਾ। ਇੰਪੋਰਟੈਂਸ ਆਫ ਮਾਰਕੀਟਿੰਗ, ਕਿਸੇ ਵੀ ਸਮਾਨ ਜਦੋਂ ਬਣ ਗਿਆ
ਉਸ ਦੇ ਲਈ ਮਾਰਕੀਟਿੰਗ ਦੀ ਕੀ ਇੰਪੋਰਟੈਂਸ ਹੈ। ਮਾਰਕੀਟਿੰਗ ਜਿਹੜੀ ਹੈ ਇਨਕਰੀਜ਼ ਇਨ ਸੇਲ ਕਰਦੀ ਹੈ, ਜੋ ਸੇਲ ਹੈ ਉਹ ਵਧਾਉਂਦੀ ਹੈ। ਮੇਨ ਪਰਪਸ ਤਾਂ ਇਹੀ ਹੈ ਕਿ ਜ਼ਿਆਦਾ ਸਮਾਨ ਸਾਡਾ ਉਹ ਜਿਹਾ ਬਣੇ ਜਿਹੜਾ ਕਿ ਵਿਕ ਜਾਏ, ਅਤੇ ਇਸ ਦੇ ਲਈ ਐਡਵਰਟਾਈਜ਼ ਵੀ ਕਰਨਾ ਪਏਗਾ, ਪ੍ਰਮੋਟ ਵੀ ਕਰਨਾ ਪੈਂਦਾ ਹੈ। ਇਹੀ ਚੀਜ਼ਾਂ ਮਾਰਕੀਟਿੰਗ ਦਾ ਇੱਕ ਪਾਰਟ ਹੈ। ਅਤੇ ਇਹ ਅੱਗੇ ਕਿਸ ਤਰ੍ਹਾਂ ਇਸ ਨੂੰ ਆਪਾਂ ਅੱਗੇ ਵੀ ਦੇਖਾਂਗੇ, ਐਡਵਰਟਾਈਜ਼ਮੈਂਟ TV 'ਤੇ ਜਾਂ ਨਿਊਜ਼ਪੇਪਰ ਵਿੱਚ, ਔਨਲਾਈਨ ਕਿਸ ਤਰ੍ਹਾਂ ਅਸੀਂ ਕਰਦੇ ਹਾਂ। ਇਹ ਸਾਰਾ ਕੁਝ ਜੋ ਹੈ ਮਾਰਕੀਟਿੰਗ ਦੇ ਨਾਲ ਹੀ ਪੋਸੀਬਲ ਹੁੰਦਾ। ਅਤੇ ਇੰਪੋਰਟੈਂਟ ਇਸ ਵਾਸਤੇ ਹੈ ਕਿ ਜਿਹੜਾ ਪ੍ਰੋਡਕਟ ਬਣ ਰਹੀ ਹੈ, ਗੁੱਡਸ ਬਣ ਰਹੀਆਂ, ਉਹਨਾਂ ਦੀ ਸੇਲ ਦੇ ਵਿੱਚ ਇਨਕਰੀਜ਼ ਹੋਏ। ਮੇਨਟੇਨੈਂਸ ਆਫ ਰੈਪੂਟੇਸ਼ਨ, ਫਰਮ ਦਾ ਰੈਪੂਟੇਸ਼ਨ ਵੀ ਮੇਨਟੇਨ ਹੁੰਦਾ ਹੈ ਜਦੋਂ ਮਾਰਕੀਟਿੰਗ ਕੀਤੀ ਜਾਂਦੀ ਹੈ, ਕਿਉਂਕਿ ਮਾਰਕੀਟਿੰਗ ਕਸਟਮਰ ਨੂੰ ਦੇਖ ਕੇ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਜਾਂਦੀ ਹੈ। ਤਾਂ ਮਾਰਕੀਟਿੰਗ ਮੇਨ ਇਹਦਾ ਸਾਡਾ ਕੰਸੈਪਟ ਹੀ ਹੈ ਕਿ ਕਸਟਮਰ ਦਾ ਧਿਆਨ ਰੱਖਣਾ, ਅਤੇ ਉਸ ਤਰ੍ਹਾਂ ਦੀ ਚੀਜ਼ ਜਦੋਂ ਬਣੇਗੀ ਆਪਣੇ ਆਪ ਹੀ ਕੰਪਨੀ ਦੀ ਰੈਪੂਟੇਸ਼ਨ ਜਿਹੜੀ ਹੈ ਉਹ ਵਧੀਆ ਹੋ ਜਾਂਦੀ ਹੈ। ਪ੍ਰਮੋਸ਼ਨ ਆਫ ਪ੍ਰੋਡਕਟ ਅਵੇਅਰਨੈਸ ਟੂ ਕੰਪਨੀ, ਜਿਹੜੀ ਪ੍ਰੋਡਕਟ ਬਣੀ ਹੈ ਕੰਪਨੀ ਵੱਲੋਂ ਉਸ ਨੂੰ ਪਬਲਿਕ ਨੂੰ ਅਵੇਅਰ ਕਰਨਾ ਉਸ ਪ੍ਰੋਡਕਟ ਦੇ ਪ੍ਰਤੀ। ਪ੍ਰੋਡਕਟ ਅਵੇਅਰਨੈਸ ਟੂ ਪਬਲਿਕ, ਜਿਹੜੀ ਅਸੀਂ ਬਣਾਈ ਪ੍ਰੋਡਕਟ ਕੀ ਬਣਾਇਆ, ਕਿਵੇਂ ਬਣਾਈ ਹੈ। ਕਈ ਵਾਰੀ ਆਪਾਂ ਦੇਖਦੇ ਹਾਂ ਕਿ ਕਾਰ ਇੱਕ ਲਾਂਚ ਕਰਨੀ ਹੁੰਦੀ ਕਿਸੇ ਕੰਪਨੀ ਨੇ, 6 ਮਹੀਨੇ ਪਹਿਲਾਂ ਹੀ ਉਹ ਆਪਣੇ ਉਸ ਨੂੰ ਪ੍ਰਮੋਟ ਕਰਨ ਲੱਗ ਜਾਂਦੀ ਹੈ। ਅਤੇ ਜਿਹਨੇ ਕਾਰ ਖਰੀਦਣੀ ਹੁੰਦੀ ਹੈ ਉਹ ਵੇਟ ਕਰਦਾ ਹੈ ਕਿ ਆਹ ਕਾਰ ਆ ਲਈ, ਇਸ ਨੂੰ ਦੇਖਾਂਗੇ ਕਿਵੇਂ ਦੀ ਇਹਦੇ ਫੀਚਰ ਹੈ ਜੋ ਦੱਸ ਰਹੇ ਹੈ, ਉਸ ਤੋਂ ਬਾਅਦ ਹੀ ਕਾਰ ਪਰਚੇਜ ਕਰਾਂਗੇ। ਸੋ ਇਹ ਚੀਜ਼ਾਂ ਵੀ ਜਿਹੜੀਆਂ ਨੇ ਇਹ ਬਹੁਤ ਫਾਇਦਾ ਦਿੰਦੀਆਂ ਹੈਗੀਆਂ ਕਿਸੇ ਵੀ ਕੰਪਨੀ ਦੇ ਲਈ, ਕਿ ਜਿਹੜਾ ਪ੍ਰੋਡਕਟ ਅਵੇਅਰਨੈਸ ਟੂ ਪਬਲਿਕ ਜਿਹੜੀ ਹੈ ਮਾਰਕੀਟਿੰਗ ਦੇ ਥਰੂ ਬੜੀ ਵਧੀਆ ਹੁੰਦੀ ਹੈ। ਫੰਕਸ਼ਨਸ ਆਫ ਮਾਰਕੀਟਿੰਗ ਕੀ ਨੇ? ਸਭ ਤੋਂ ਪਹਿਲਾਂ ਤਾਂ ਮਾਰਕੀਟਿੰਗ ਦੀ ਪਲੈਨਿੰਗ ਕਰਨਾ, ਕਿ ਜਿਵੇਂ ਕਿੰਨਾ ਸ਼ੇਅਰ ਅਸੀਂ ਇੱਕ ਪਰਟੀਕੂਲਰ ਪ੍ਰੋਡਕਟ ਦਾ ਹੈ ਆਲਰੇਡੀ, ਉਹ ਜੇਕਰ ਉਸ ਨੂੰ ਅਸੀਂ ਰੇਜ਼ ਕਰਨਾ ਹੈ, ਵਧਾਉਣਾ ਜਾਂ ਘਟਾਉਣਾ ਹੈ, ਜਦੋਂ ਅਸੀਂ ਉਸ ਨੂੰ ਵਧਾ ਰਹੇ ਹਾਂ ਤਾਂ ਉਸ ਦੀ ਮਾਰਕੀਟਿੰਗ ਪਲੈਨਿੰਗ ਵੀ ਜ਼ਰੂਰੀ ਹੈ ਕਿ ਪਹਿਲਾਂ ਉਸ ਨੂੰ ਪ੍ਰਿਪੇਅਰ ਕਰੀਏ, ਪਲਾਨ ਬਣਾਈਏ ਕਿ ਇਹ ਚੀਜ਼ ਇੱਥੇ ਸਾਡੀ ਖਪਤ ਹੋਏਗੀ, ਇਹ ਕਸਟਮਰ ਨੂੰ ਇੰਨੀ ਲੋੜ ਹੈ, ਉਹਦੇ ਮੁਤਾਬਕ ਅਸੀਂ ਇਸ ਨੂੰ ਵਧਾਉਂਦੇ ਹਾਂ। ਅਤੇ ਪੂਰੀ ਤਰ੍ਹਾਂ ਇਸ ਦੀ ਪਲੈਨਿੰਗ ਕਰਨੀ ਹੈ। ਮਾਰਕੀਟਿੰਗ ਦਾ ਸਭ ਤੋਂ ਪਹਿਲਾ ਫੰਕਸ਼ਨ ਹੈ ਪਲੈਨਿੰਗ। ਫਿਰ ਹੈ ਸਟੈਂਡਰਡਾਈਜੇਸ਼ਨ ਐਂਡ ਗ੍ਰੇਡਿੰਗ, ਜਿਹੜੀ ਚੀਜ਼ ਅਸੀਂ ਬਣਾਉਣੀ ਹੈ ਉਸ ਦੇ ਸਟੈਂਡਰਡਸ, ਜਿਵੇਂ ਸ਼ੇਪ ਕੀ ਹੈ, ਸਾਈਜ਼ ਕੀ ਹੈ, ਕਲਰ ਕੀ ਹੈ, ਕੁਆਲਿਟੀ ਕਿਸ ਤਰ੍ਹਾਂ ਦੀ ਹੈ, ਇਸ ਚੀਜ਼ ਨੂੰ ਅਸੀਂ ਸਟੈਂਡਰਡ ਉਸ ਦੇ ਰੱਖਣੇ ਹੈ। ਗ੍ਰੇਡਿੰਗ ਕਰਨੀ ਹੈ ਕਿ ਡਿਫਰੈਂਟ ਕੈਟਾਗਰੀਜ਼ ਦੇ ਵਿੱਚ ਉਸ ਨੂੰ ਗ੍ਰੇਡਿੰਗ ਦੇਣੀ ਹੈ, ਕਿ ਜਿਵੇਂ ਹੁਣ ਕੋਈ ਫਰੂਟ ਚੀਜ਼ ਹੈ, ਐਗਰੀਕਲਚਰ ਪ੍ਰੋਡਕਟ ਹੈ, ਫਰੂਟ ਜਿਹੜਾ ਸਭ ਤੋਂ ਵਧੀਆ ਉਹ A ਗ੍ਰੇਡ ਹੈ, ਫਿਰ ਥੋੜ੍ਹਾ ਜਿਹਾ ਮੀਡੀਓਕਰ ਹੈ, B ਗ੍ਰੇਡ ਹੈ। ਇਸ ਤਰ੍ਹਾਂ ਕਰਕੇ ਅਸੀਂ ਥੋੜ੍ਹਾ ਬਹੁਤ ਇਸ ਨੂੰ ਜਿਵੇਂ ਹਰੇਕ ਚੀਜ਼ ਨੂੰ ਅਸੀਂ ਗ੍ਰੇਡ ਕਰ ਸਕਦੇ ਹਾਂ, ਕਿ ਜਿਹੜਾ ਉਸ ਦੇ ਨਾਲ ਫਿਰ ਪਰਚੇਜ ਈਜ਼ੀ ਹੋ ਜਾਂਦੀ ਹੈ, ਕਿ ਆ ਵਧੀਆ ਜਿਹੜੀ ਹੈ ਉਸ ਦੇ ਕੋਸਟ ਵੀ ਥੋੜ੍ਹੀ ਜ਼ਿਆਦਾ ਹੋਏਗੀ ਅਤੇ ਚੀਜ਼ ਵੀ ਵਧੀਆ ਹੋਏਗੀ। ਨੈਕਸਟ ਜੋ ਹੈ ਪੈਕੇਜਿੰਗ, ਜਿਹੜਾ ਅਸੀਂ ਬਣਾਈ ਹੈ ਚੀਜ਼ ਉਸ ਦੀ ਪੈਕਿੰਗ ਵੀ ਜਿਹੜੀ ਹੈ ਉਹ ਇੱਕ ਮਾਰਕੀਟਿੰਗ ਦਾ ਪਾਰਟ ਹੈ। ਇੱਕ ਤਾਂ ਇਹ ਹੈ ਕਿ ਬ੍ਰੇਕੇਜ ਨਹੀਂ ਹੁੰਦੀ, ਡੈਮੇਜ ਨਹੀਂ ਹੁੰਦਾ। ਦੂਸਰਾ ਇਹ ਹੈ ਕਿ ਉਸ ਦਾ ਜਿੰਨਾ ਉਸ ਨੂੰ ਵਧੀਆ ਅਸੀਂ ਪੈਕਿੰਗ ਦੇ ਵਿੱਚ ਉਸ ਨੂੰ ਅਟਰੈਕਟਿਵ ਬਣਾਵਾਂਗੇ, ਉਹ ਚੀਜ਼ਾਂ ਕਸਟਮਰ ਉਸ ਨੂੰ ਬੜੇ ਵਧੀਆ ਤਰੀਕੇ ਨਾਲ ਉਸ ਨੂੰ ਬੜੇ ਆਰਾਮ ਨਾਲ ਖਰੀਦੇਗਾ। ਕਈ ਵਾਰੀ ਕੁਝ ਆਫਰਸ ਵੀ ਨਾਲ ਦਿੱਤੀਆਂ ਚਲੀਆਂ ਜਾਂਦੀਆਂ, ਜਿਵੇਂ ਕੋਈ ਬੋਟਲ ਚਲੇਗੀ, ਬੈਗ ਚਲਾ ਗਿਆ, ਕੋਈ ਕੇਨ ਚਲਾ ਗਿਆ, ਕੋਈ ਜੱਗ ਚਲਾ ਗਿਆ, ਕੋਈ ਬਾਕਸ ਚਲਾ ਗਿਆ। ਇਹਦੇ ਨਾਲ ਵੀ ਕਸਟਮਰ ਜਿਹੜਾ ਹੈਗਾ ਉਹ ਖੁਸ਼ ਹੁੰਦਾ ਅਤੇ ਇਸ ਦੀ ਜਿਹੜੀ ਹੈ ਸੇਲ ਜਿਹੜੀ ਹੈ ਇੰਪਰੂਵ ਹੁੰਦੀ ਹੈ। ਬ੍ਰਾਂਡਿੰਗ, ਇੱਕ ਡਿਸਟਿੰਕਟ ਨੇਮ ਦੇਣਾ ਵੀ ਇੱਕ ਮਾਰਕੀਟਿੰਗ ਦਾ ਪਾਰਟ ਹੈ। ਜਿਵੇਂ ਕੋਈ ਚੀਜ਼ ਬਣਾਈ ਹੈ, ਜਿਵੇਂ ਕੰਪਨੀ ਨੇ ਆਪਣੇ ਨਾਮ ਵਧੀਆ ਰੱਖਣਾ, ਪਾਰਕਰ, ਕੋਲਗੇਟ, ਅਲੱਗ-ਅਲੱਗ ਨਾਮ। ਇੱਕ ਤਾਂ ਇਹ ਆਪਣਾ ਇੱਕ ਐਡਵਰਟਾਈਜ਼ਮੈਂਟ ਦੇ ਕੰਮ ਆਉਂਦਾ, ਇੱਕ ਦੂਜਿਆਂ ਨਾਲੋਂ ਫਰਕ ਪਤਾ ਲੱਗਦਾ, ਆਇਡੈਂਟੀਫਾਈ ਹੁੰਦੀਆਂ ਚੀਜ਼ਾਂ, ਪ੍ਰੋਡਕਟ ਦੀ ਡਿਫਰੈਂਸ਼ੀਏਸ਼ਨ ਹੁੰਦੀ ਹੈ, ਇਮੇਜ ਬਣਦੀ ਹੈ ਕੰਪਨੀ ਦੇ ਵਿੱਚ। ਲੇਬਲਿੰਗ ਜਿਹੜੀ ਹੈ, ਜਦੋਂ ਅਸੀਂ ਪ੍ਰੋਡਕਟ ਦੇ ਉੱਪਰ ਕੋਈ ਲੇਬਲ ਕਰਦੇ ਹਾਂ ਪੈਕਿੰਗ ਕਰਦੇ ਸਮੇਂ, ਤਾਂ ਉਸ ਦੇ ਵਿੱਚ ਸਾਰੇ ਉਹਦੀ ਇਨਫੋਰਮੇਸ਼ਨ ਨਾਲ ਦੇਣੀ ਹੈ ਕਿ ਕਿਸ ਚੀਜ਼ ਦੀ ਬਣੀ, ਇਹਦੇ ਇਨਗਰੀਡੀਐਂਟ ਕੀ ਹੈ, ਮੈਨੂਫੈਕਚਰਿੰਗ ਡੇਟ ਕੀ, ਐਕਸਪਾਇਰੀ ਡੇਟ ਕੀ ਹੈ, ਬੈਚ ਨੰਬਰ ਕੀ ਹੈ। ਇਹ ਲੇਬਲਿੰਗ ਵੀ ਮਾਰਕੀਟਿੰਗ ਦਾ ਇੱਕ ਪਾਰਟ ਹੈ। ਪ੍ਰਮੋਸ਼ਨ ਕਰਨਾ, ਟੀਮ ਨੂੰ ਆਪਣੇ ਪ੍ਰੋਡਕਟ ਨੂੰ ਪ੍ਰਮੋਸ਼ਨ ਕਰਨਾ, ਮਤਲਬ ਕਿ ਕਸਟਮਰ ਨੂੰ ਇਨਫੋਰਮ ਕਰਨਾ ਕਿ ਕੰਪਨੀ ਕੀ ਬਣਾ ਰਹੀ ਹੈ, ਅਤੇ ਉਹਨਾਂ ਨੂੰ ਇਸ ਤਰ੍ਹਾਂ ਫੀਲ ਕਰਾਉਣਾ ਕਿ ਤੁਹਾਨੂੰ ਇਹਦੀ ਲੋੜ ਹੈ, ਇਹਨੂੰ ਖਰੀਦੋ। ਜਾਂ ਕਸਟਮਰ ਨੂੰ ਪਹਿਲਾਂ ਹੀ ਦੇਖੋ ਉਹਨਾਂ ਨੂੰ ਕੀ ਲੋੜ ਹੈ, ਜਾਂ ਉਹਨਾਂ ਨੂੰ ਪਹਿਲਾਂ ਹੀ ਪ੍ਰਮੋਟ ਕਰੋ ਕਿ ਤੁਹਾਨੂੰ ਇਸ ਤਰ੍ਹਾਂ ਦੀ ਚੀਜ਼ ਦੀ ਲੋੜ ਹੈ, ਤਾਂ ਉਸ ਤਰ੍ਹਾਂ ਦੀ ਚੀਜ਼ ਬਣਾ ਕੇ ਉਸ ਨੂੰ
ਕੰਪਨੀ ਨੂੰ ਦੱਸਿਆ ਜਾਵੇ ਤਾਂ ਉਹ ਪ੍ਰਮੋਟ ਹੋ ਜਾਂਦੀ ਹੈ। ਫਿਜ਼ੀਕਲ ਡਿਸਟਰੀਬਿਊਸ਼ਨ ਵੀ ਮਾਰਕੀਟਿੰਗ ਦਾ ਪਾਰਟ ਹੈ ਕਿ ਜਿਹੜੀ ਚੀਜ਼ ਹੈ ਕਿਵੇਂ ਪਹੁੰਚਾਉਣੀ ਹੈ, ਤੇ ਉਸਦੀ ਮੂਵਮੈਂਟ ਕਿਵੇਂ ਕਰਨੀ ਹੈ, ਜਿਹੜਾ ਆਪਣੀ ਕੰਪਨੀ ਤੋਂ ਲੈ ਕੇ ਕੰਜ਼ਿਊਮਰ ਤੱਕ ਕਿਵੇਂ ਪਹੁੰਚੇਗਾ ਜੀ, ਟਰਾਂਸਪੋਰਟ ਕੀ ਹੋਏਗਾ, ਸਟੋਰੇਜ ਕਿੱਥੇ ਹੋਏਗੀ, ਇਨਵੈਂਟਰੀ ਕਿੱਥੇ ਹੋਏਗੀ, ਚੈਨਲ ਆਫ ਡਿਸਟਰੀਬਿਊਸ਼ਨ ਕਿ ਕੋਈ ਹੋਲਸੇਲਰ ਕੋਲ ਜਾਏਗੀ, ਰਿਟੇਲਰ ਕੋਲ ਜਾਏਗੀ ਜਾਂ ਕਿਸੇ ਹੋਰ ਏਜੰਟ ਕੋਲ ਜਾਏਗੀ, ਕਿਵੇਂ ਪਹੁੰਚੇਗੀ, ਇਹ ਸਾਰਾ ਮਾਰਕੀਟਿੰਗ ਮੈਨੇਜਮੈਂਟ ਦੇ ਅੰਡਰ ਆ ਜਾਂਦਾ ਹੈ। ਦੈਨ ਕਸਟਮਰ ਸਪੋਰਟ ਸਰਵਿਸ। ਕਸਟਮਰ, ਕਿਉਂਕਿ ਅਸੀਂ ਕਹਿੰਦੇ ਹਾਂ ਕਿ ਕਸਟਮਰ ਇਜ਼ ਦਾ ਕਿੰਗ ਆਫ ਮਾਰਕੀਟ, ਅਤੇ ਜਿਹੜਾ ਮਾਰਕੀਟਿੰਗ ਮੈਨੇਜਰ ਹੈ ਜਾਂ ਮਾਰਕੀਟਰ ਹੈ ਉਸਨੇ ਐਵਰੀ ਪੋਸੀਬਲ ਹੈਲਪ ਟੂ ਕਸਟਮਰ ਜੇ ਦਾਂਗੇ, ਉਸਨੂੰ ਗਰੰਟੀ ਦਾਂਗੇ, ਵਾਰੰਟੀ ਦਾਂਗੇ, ਸਰਵਿਸ ਦਾਂਗੇ, ਬਾਅਦ ਵਿੱਚ ਕ੍ਰੈਡਿਟ ਫੈਸਿਲਿਟੀ ਦਿਆਂਗੇ, ਉਸ ਦੀਆਂ ਕੰਪਲੇਂਟ ਸੁਣਾਂਗੇ, ਉਸਦੀ ਸੈਟਿਸਫੈਕਸ਼ਨ ਦੇ ਨਾਲ ਜੁੜਾਂਗੇ, ਤਾਂ ਇਸ ਦੇ ਨਾਲ ਫਰਮ ਦੀ ਇਮੇਜ ਵੀ ਬਣਦੀ ਹੈ ਅਤੇ ਪ੍ਰੋਡਕਟ ਦੀ ਲੋਇਲਟੀ ਵੀ ਰਹਿੰਦੀ ਹੈ ਕਿ ਇਹ ਚੀਜ਼ ਜਿਹੜੀ ਹੈ ਇਹ ਕੰਪਨੀ ਬਹੁਤ ਵਧੀਆ ਹੈ, ਇਹ ਬਹੁਤ ਵਧੀਆ ਸਾਡੀ ਗੱਲ ਵੀ ਸੁਣਦੀ ਹੈ ਅਤੇ ਸਾਡੇ ਕੰਮ ਵੀ ਕਰਦੀ ਹੈ। ਇਹ ਸਾਰਾ ਮਾਰਕੀਟਿੰਗ ਦਾ ਇੱਕ ਪਾਰਟ ਹੈ। ਹੁਣ ਅਸੀਂ ਜਦੋਂ ਸੇਲ ਦੀ ਗੱਲ ਕਰਦੇ ਹਾਂ ਅਤੇ ਮਾਰਕੀਟਿੰਗ ਦੀ ਗੱਲ ਕਰਦੇ ਹਾਂ, ਮਾਰਕੀਟਿੰਗ ਵਰਸਿਸ ਸੈਲਿੰਗ ਦੀ ਗੱਲ ਕਰੀਏ ਤਾਂ ਸਾਨੂੰ ਦੋਨੋਂ ਇੱਕੋ ਹੀ ਚੀਜ਼ਾਂ ਲੱਗਣਗੀਆਂ ਕਿ ਵੀ ਮਾਰਕੀਟਿੰਗ ਵੀ ਅਸੀਂ ਕੋਈ ਚੀਜ਼ ਸੇਲ ਹੀ ਕਰਨੀ ਹੈ, ਸੇਲ ਵੀ ਇੱਕ ਸੇਲ ਕਰਨੀ ਹੈ, ਇਹ ਦੋਨੋਂ ਚੀਜ਼ਾਂ ਆਪਾਂ ਨੂੰ ਸੇਮ ਪ੍ਰੋਸੈਸ ਲੱਗਣਗੀਆਂ, ਬਟ ਦੋਵੇਂ ਡਿਫਰੈਂਟ ਨੇ। ਸੈਲਿੰਗ ਜਿਹੜੀ ਹੈ ਉਹ ਹੈਗੀ ਹੈ ਪਾਰਟ ਆਫ ਮਾਰਕੀਟਿੰਗ ਪ੍ਰੋਸੈਸ। ਇਹ ਮਾਰਕੀਟਿੰਗ ਪ੍ਰੋਸੈਸ ਇੱਕ ਆਪਣੇ ਆਪ ਵਿੱਚ ਬਹੁਤ ਵੱਡਾ ਇੱਕ ਆਪਣੇ ਆਪ 'ਚ ਇੱਕ ਸਿਸਟਮ ਹੈ, ਇੱਕ ਮੈਨੇਜਮੈਂਟ ਹੈ। ਸੈਲਿੰਗ ਉਸ ਦਾ ਇੱਕ ਪਾਰਟ ਹੈ ਅਤੇ ਜਿਹੜਾ ਹੈਗਾ ਫੋਕਸ ਇਸ ਦੇ ਵਿੱਚ ਹੈਗਾ ਜਸਟ ਬਈ ਕਸਟਮਰ ਤੋਂ ਮਨੀ ਲੈਣੀ ਹੈ, ਆਪਣੀ ਚੀਜ਼ ਦੇਣੀ ਹੈ ਅਤੇ ਪੈਸੇ ਲੈਣੇ ਹੈ। ਅਤੇ ਜਿਹੜਾ ਮਾਰਕੀਟਿੰਗ ਹੈ ਇਹ ਫੋਕਸ ਕਰਦੀ ਹੈ ਨੀਡਸ ਐਂਡ ਡਿਜ਼ਾਇਰਸ ਆਫ ਕਸਟਮਰ ਐਂਡ ਟਰਾਈ ਟੂ ਮੈਨੂਫੈਕਚਰ ਅਕੋਰਡਿੰਗ ਟੂ ਦੈਟ। ਉਹ ਚੀਜ਼ ਹੀ ਉਹੋ ਜਿਹੀ ਬਣਾਏਗੀ ਜਿਹੜੀ ਕਿ ਕਸਟਮਰ ਨੂੰ ਲੋੜ ਹੈ, ਅਤੇ ਸਾਨੂੰ ਇਹ ਵਾਰ-ਵਾਰ ਕਹਿਣ ਨਾ ਜਾਣਾ ਪਏ ਕਿ ਸਾਡੀ ਚੀਜ਼ ਲਓ, ਚੀਜ਼ ਕਸਟਮਰ ਆਪਣੇ ਆਪ ਚੀਜ਼ ਲੈਣ ਆਏ। ਇਹ ਹੈ ਮਾਰਕੀਟਿੰਗ ਦਾ ਖਾਸ ਪਾਰਟ। ਜੇਕਰ ਅਸੀਂ ਮਾਰਕੀਟਿੰਗ ਅਤੇ ਸੈਲਿੰਗ ਦਾ ਕੰਪੈਰੀਜ਼ਨ ਕਰੀਏ ਤਾਂ ਮਾਰਕੀਟਿੰਗ ਜਿੱਥੇ ਇੱਕ ਵਾਈਡਰ ਕੰਸੈਪਟ ਹੈ, ਸੈਲਿੰਗ ਇੱਕ ਉਸਦਾ ਇੱਕ ਨੈਰੋ ਸਕੋਪ ਹੈ। ਮਾਰਕੀਟਿੰਗ ਫੁੱਲ ਫਲੈਜ ਡਿਸਿਪਲਿਨ ਹੈ, ਜਦੋਂ ਕਿ ਸੈਲਿੰਗ ਹੈ ਪਾਰਟ ਆਫ ਮਾਰਕੀਟਿੰਗ ਹੈ। ਮਾਰਕੀਟਿੰਗ ਕਸਟਮਰ ਸੈਂਟਰਿਕ ਹੈ, ਸੈਲਿੰਗ ਜਿਹੜੀ ਹੈ ਪ੍ਰੋਡਕਟ ਸੈਂਟਰਿਕ ਹੈ। ਮਾਰਕੀਟਿੰਗ ਦੇ ਵਿੱਚ ਫੋਕਸ ਹੈ ਕਸਟਮਰ ਦੀਆਂ ਨੀਡ 'ਤੇ, ਸੈਲਿੰਗ ਦੇ ਵਿੱਚ ਫੋਕਸ ਹੈ ਸੈਲਰਸ ਦੇ ਓਬਜੈਕਟਿਵ 'ਤੇ। ਅਤੇ ਜੋ ਮਾਰਕੀਟਿੰਗ ਹੈ ਇਹ ਨੈਵਰ ਐਂਡਿੰਗ ਪ੍ਰੋਸੈਸ ਹੈ, ਸ਼ੁਰੂ ਤੋਂ ਅਜੇ ਚੀਜ਼ ਬਣਨੀ ਵੀ ਨਹੀਂ ਸ਼ੁਰੂ ਹੋਈ, ਉਸ ਤੋਂ ਪਹਿਲਾਂ ਤੋਂ ਪਲਾਨ ਕਰ ਲਿਆ ਅਤੇ ਬਣਨ ਤੋਂ ਬਾਅਦ ਵੀ ਜਿਹੜੀ ਹੈ ਮਾਰਕੀਟਿੰਗ ਕੰਟੀਨਿਊ ਹੈ, ਫੀਡਬੈਕ ਲੈਣੀ ਹੈ, ਕਸਟਮਰ ਨੂੰ ਸਪੋਰਟ ਦੇਣੀ ਹੈ, ਉਹਦੇ ਮੁਤਾਬਕ ਹੋਰ ਨਵੀਂ ਚੀਜ਼ ਬਣਾਉਣੀ ਹੈ, ਇਹ ਚੱਲਦੀ ਰਹਿਣੀ ਹੈ। ਜਦੋਂ ਕਿ ਸੈਲਿੰਗ ਜਿਹੜੀ ਹੈ ਉਦੋਂ ਸ਼ੁਰੂ ਹੋਣੀ ਜਦੋਂ ਚੀਜ਼ ਬਣ ਗਈ ਅਤੇ ਖ਼ਤਮ ਹੋ ਗਈ, ਜਦੋਂ ਚੀਜ਼ ਵਿਕ ਗਈ ਉਦੋਂ ਖ਼ਤਮ ਹੋ ਗਈ। ਮਾਰਕੀਟਿੰਗ ਜਿਹੜੀ ਹੈ ਉਹ ਕਸਟਮਰ ਵੱਲੋਂ ਡਿਟਰਮਿਨ ਕੀਤੀ ਜਾਂਦੀ ਹੈ, ਸੈਲਿੰਗ ਜਿਹੜੀ ਹੈ ਸੈਲਰ ਵੱਲੋਂ ਡਿਟਰਮਿਨ ਕੀਤੀ ਜਾਂਦੀ ਹੈ। ਇੱਕ ਤਰ੍ਹਾਂ ਮਾਰਕੀਟਿੰਗ ਹੈ ਉਹ ਗਾਰਡਨਿੰਗ ਐਂਡ ਨਰਚਰਿੰਗ ਹੈ, ਜਿਵੇਂ ਇੱਕ ਕਿਆਰੀ ਬਣਾਉਣਾ ਹੈ, ਪਨੀਰੀ ਬਣਾਉਣਾ, ਉਸਨੂੰ ਉਸ ਤੋਂ ਬਾਅਦ ਉਸਨੂੰ ਉਸਦੀ ਜਿਹੜੀ ਹੈਗੀ ਆਪਾਂ ਕਹਿੰਦੇ ਹਾਂ ਵੀ ਗਾਰਡਨਿੰਗ ਕਰਨਾ। ਜਦੋਂ ਕਿ ਜਿਹੜੀ ਸੈਲਿੰਗ ਹੈ ਉਹ ਇੱਕ ਹੰਟਿੰਗ ਪ੍ਰੋਸੈਸ ਹੈ, ਬਸ ਵੀ ਜਦੋਂ ਚੀਜ਼ ਬਣ ਗਈ ਆਪਣਾ ਗਾਹਕ ਲੱਭਿਆ ਵੇਚ ਕੇ ਵਿਹਲੇ। ਮਾਰਕੀਟਿੰਗ ਦੇ ਵਿੱਚ ਕਸਟਮਰ ਰਿਲੇਸ਼ਨ ਲੌਂਗ ਟਰਮ ਹੈ, ਜਦੋਂ ਕਿ ਸੈਲਿੰਗ ਦੇ ਵਿੱਚ ਕੋਈ ਕਸਟਮਰ ਰਿਲੇਸ਼ਨ ਨਹੀਂ ਹੈ। ਇਸੇ ਤਰ੍ਹਾਂ ਮਾਰਕੀਟਿੰਗ ਦੇ ਵਿੱਚ ਜਿਹੜਾ ਮੇਨ ਆਬਜੈਕਟਿਵ ਹੈ ਕਸਟਮਰ ਦੀ ਸੈਟਿਸਫੈਕਸ਼ਨ ਹੈ, ਜਦੋਂ ਕਿ ਸੈਲਿੰਗ ਦਾ ਮੇਨ ਆਬਜੈਕਟਿਵ ਹੈ ਕੈਸ਼ ਲੈਣਾ, ਉਹਨੂੰ ਜਨਰੇਟ ਕਰਨਾ, ਫੈਚ ਕਰਨਾ। ਮਾਰਕੀਟਿੰਗ ਦੇ ਵਿੱਚ ਜੋ ਹੈ ਰਿਲੇਸ਼ਨਸ਼ਿਪ ਐਂਡ ਸੈਟਿਸਫੈਕਸ਼ਨ ਆਫ ਜਿਹੜਾ ਕਸਟਮਰ ਹੈ, ਟਰਸਟ ਹੈ, ਉਹ ਸੈਂਟਰਲ ਫੰਕਸ਼ਨ ਹੈ, ਜਦੋਂ ਕਿ ਉੱਥੇ ਪ੍ਰੋਡਕਸ਼ਨ ਜਿਹੜੀ ਹੈ ਸੈਲਿੰਗ ਦੇ ਵਿੱਚ ਉਹ ਸੈਂਟਰਲ ਫੰਕਸ਼ਨ ਹੈ। ਮਾਰਕੀਟਿੰਗ ਬਹੁਤ ਡਾਇਨਮਿਕ ਹੈ, ਸੈਲਿੰਗ ਜਿਹੜਾ ਉਹਦੇ ਸਿਰਫ ਸੈਲਿੰਗ ਹੀ ਸੋਲ ਮੋਟਿਵ ਹੈ। ਜਿਹੜਾ ਮਾਰਕੀਟਿੰਗ ਹੈ ਉਹ ਤਾਂ ਕਾਮਯਾਬ ਹੁੰਦੀ ਹੈ ਕਿ ਉੱਥੇ ਸਾਰੇ ਡਿਪਾਰਟਮੈਂਟਸ ਜਿਹੜੀਆਂ ਹੈਗੀਆਂ ਕੰਪਨੀ ਦੀ ਉਹਦੇ ਵਿੱਚ ਫੁੱਲ ਕੋਆਰਡੀਨੇਸ਼ਨ ਹੋਵੇ, ਫੁੱਲ ਕੋਆਪਰੇਸ਼ਨ ਹੋਏ। ਸੈਲਿੰਗ ਵਿੱਚ ਕੋਈ ਕੋਆਰਡੀਨੇਸ਼ਨ ਦੀ ਲੋੜ ਨਹੀਂ ਹੁੰਦੀ। ਸੋ ਅੱਜ ਦਾ ਲੈਕਚਰ ਆਪਾਂ ਇੱਥੇ ਖ਼ਤਮ ਕਰਦੇ ਹਾਂ। ਅੱਜ ਆਪਾਂ ਡਿਸਕਸ ਕੀਤਾ ਮਾਰਕੀਟਿੰਗ ਐਂਡ ਸੇਲਸ ਮੈਨੇਜਮੈਂਟ ਦੇ ਵਿੱਚ ਇੰਟਰੋਡਕਸ਼ਨ ਆਫ ਮਾਰਕੀਟਿੰਗ, ਇਟਸ ਇੰਪੋਰਟੈਂਸ ਐਂਡ ਇਟਸ ਫੰਕਸ਼ਨ, ਦ ਡਿਫਰੈਂਸ ਬਿਟਵੀਨ ਮਾਰਕੀਟਿੰਗ ਐਂਡ ਸੈਲਿੰਗ। ਨੈਕਸਟ ਲੈਕਚਰ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਐਡਵਰਟਾਈਜ਼ਮੈਂਟ ਬਾਈ ਪ੍ਰਿੰਟ ਮੀਡੀਆ ਐਂਡ ਇਲੈਕਟ੍ਰੋਨਿਕ ਮੀਡੀਆ, ਦੈਨ ਮਾਰਕੀਟ ਸਰਵੇ ਐਂਡ ਸੇਲ ਪ੍ਰਮੋਸ਼ਨ। ਥੈਂਕ ਯੂ ਵੈਰੀ ਮਚ।